ਬਲਜੀਤ ਕੌਰ ਨੇ ਆਡੀਓ ਰਿਕਾਰਡਿੰਗ ਰਾਹੀਂ ਪੁੱਛਿਆ ਹੈ ਕਿ ਮੇਰੀ ਇੱਕ ਬਹੁਤ ਹੀ ਪੱਕੀ ਸਹੇਲੀ ਜੋ ਤਕਰੀਬਨ 28 ਸਾਲ ਸਕੂਲ ਦੇ ਵਿੱਚ ਨਾਲ ਪੜ੍ਹਾਉਂਦੀ ਰਹੀ ਹੈ। ਸਾਡਾ ਭੈਣਾਂ ਵਰਗਾ ਪਿਆਰ ਹੈ ਅਤੇ ਉਹਦੇ ਘਰ ਵਾਲਾ ਪਿੱਛੇ ਜਿਹੇ ਕਰੋਨਾ ਕਾਲ ਦੇ ਵਿੱਚ ਚੜ੍ਹਾਈ ਕਰ ਗਿਆ, ਉਹਦੀ ਡੈਥ ਹੋ ਗਈ ਅਤੇ ਉਹ ਇਹਨੂੰ ਸੁਪਨੇ ਦੇ ਵਿੱਚ ਦਿਖਾਈ ਦਿੱਤਾ ਅਤੇ ਕਹਿੰਦੀ ਰੋ ਰਿਹਾ ਸੀ, ਉਹਦੇ ਕੋਲ ਗੱਲ ਨਹੀਂ ਸੀ ਹੋ ਰਹੀ ਸੁਪਨੇ 'ਚ। ਇਹਨੂੰ ਖਿਆਲ ਆਇਆ ਵੀ ਉਹਦੀ ਆਤਮਾ ਭਟਕ ਰਹੀ ਹੈ, ਉਹ ਦੁਖੀ ਹੈ। ਅਤੇ ਉਹਦੀ ਆਤਮਾ ਦੀ ਗਤੀ ਵਾਸਤੇ ਫਿਰ ਇਹਨੇ ਆਪਣੀ ਸਹੇਲੀ ਨੂੰ ਕਿਹਾ ਵੀ ਤੂੰ ਹੀ ਆਪਣੇ ਘਰ ਵਾਲੇ ਦੀ ਜਿਹੜੀ ਆਤਮਾ ਹੈ ਭਟਕ ਰਹੀ, ਉਹਦੀ ਗਤੀ ਵਾਸਤੇ ਕੋਈ ਉਪਾਅ ਕਰ, ਕੋਈ ਮੰਤਰਾਂ ਦੇ ਜਾਪ ਕਰ। ਅਤੇ ਲੋਕ ਬਹੁਤ ਉਪਾਅ ਕਰਦੇ ਵੀ ਹਨ ਅਤੇ ਉਪਾਅ ਬਹੁਤ ਦੱਸਣ ਵਾਲੇ ਵੀ ਹਨ। ਧਾਰਮਿਕ ਲੋਕ ਜ਼ਿਆਦਾਤਰ ਹਿੰਦੂ ਧਰਮ ਦੇ ਵਿੱਚ ਬਹੁਤ ਉਪਾਅ ਕੀਤੇ ਜਾਂਦੇ ਆ। ਜਿਹੜੇ ਪਿੱਤਰ ਮਰ ਚੁੱਕੇ ਹਨ ਉਹਨਾਂ ਦੇ ਆਤਮਾ ਦੀ ਗਤੀ ਵਾਸਤੇ, ਦੇਖੋ ਤੁਸੀਂ ਜੀਂਦੇ ਜੀ ਗਤੀ ਨਹੀਂ ਹੋਈ, ਮਰਨ ਤੋਂ ਬਾਅਦ ਫਿਰ ਦੂਸਰੇ ਗਤੀ ਕਰ ਰਹੇ ਹਨ ਅਤੇ ਉਹ ਗਤੀ ਕਰ ਰਹੇ ਹਨ ਜਿਨ੍ਹਾਂ ਦੀ ਆਪਣੀ ਗਤੀ ਨਹੀਂ ਹੋਈ। ਵੀ ਤੁਸੀਂ ਆਪਣੀ ਗਤੀ ਕਰ ਲਓ, ਇੰਨਾ ਹੀ ਕਾਫੀ ਨਹੀਂ। ਫਿਰ ਕੋਈ ਆਣ ਕੇ ਦੱਸਦਾ ਨਹੀਂ ਹੈ ਗਤੀ ਹੋਈ ਕਿ ਨਹੀਂ ਹੋਈ। ਇਸ ਕਾਰਨ ਇਹ ਗੋਰਖ ਧੰਦਾ ਚੱਲਦਾ ਹੈ। ਅਤੇ ਇਹ ਕਹਿੰਦੀ ਹੈ ਵੀ ਮੈਂ ਕੋਈ ਮੰਤਰ, ਕੋਈ ਮਾਲਾ, ਉਹ ਜੋ ਭਟਕ ਰਹੀ ਹੈ ਆਤਮਾ, ਉਹਦੇ ਨਿਮਿੱਤ ਕਰ ਸਕਦੀ ਹਾਂ। ਹੁਣ ਤੁਸੀਂ ਥੋੜ੍ਹਾ ਜਿਹਾ ਖਿਆਲ ਕਰੋ, ਤਵੱਜੋ ਦਿਓ ਵੀ ਇੱਧਰ ਜਿਹੜੀ ਬਿਮਾਰੀ ਦੀ ਗੱਲ ਜ਼ਿਆਦਾਤਰ ਰੋਜ਼ ਹੀ ਕੀਤੀ ਜਾ ਰਹੀ ਹੈ ਨਾ, ਉਸ ਬਿਮਾਰੀ ਦਾ ਸੁਣ ਕੇ ਵੀ ਪਤਾ ਨਹੀਂ ਲੱਗ ਰਿਹਾ ਹੈ। ਐਸਾ ਨਹੀਂ ਹੈ ਵੀ ਇਸ ਮਾਈ ਨੂੰ ਨਹੀਂ ਪਤਾ ਲੱਗ ਰਿਹਾ ਹੈ, ਰੋਜ਼ ਸੁਣਦੀ ਹੈ। ਜ਼ਿਆਦਾਤਰ ਸਰੋਤਿਆਂ ਨੂੰ ਉਸ ਬਿਮਾਰੀ ਦਾ ਪਤਾ ਹੀ ਨਹੀਂ ਲੱਗ ਰਿਹਾ ਹੈ। ਹੁਣ ਤੁਸੀਂ ਆਪ ਖਿਆਲ ਕਰੋ ਵੀ ਜਿਹੜਾ ਸਾਹਮਣੇ ਬੈਠ ਕੇ ਸਮਝਾਉਣ ਵਾਲਾ ਹੈ, ਦੱਸਣ ਵਾਲਾ ਹੈ, ਉਸ ਬਿਮਾਰੀ ਬਾਰੇ ਵਾਰ-ਵਾਰ ਦੱਸ ਰਿਹਾ ਹੈ, ਤਾਂ ਨਹੀਂ ਪਤਾ ਲੱਗ ਰਿਹਾ ਹੈ। ਅਤੇ ਪੁਰਾਣੇ ਸਤਿਗੁਰਾਂ ਦਾ ਉਪਦੇਸ਼ ਪੜ੍ਹ ਕੇ ਕਿਵੇਂ ਪਤਾ ਲੱਗੂਗਾ। ਇਸ ਕਰਕੇ ਸਿੱਖਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਹੈ ਉਸ ਬਿਮਾਰੀ ਦਾ। ਅਤੇ ਬਹੁਤ ਘੱਟ ਵਿਰਲੇ ਸਰੋਤੇ ਹਨ ਜਿਨ੍ਹਾਂ ਨੂੰ ਉਸ ਬਿਮਾਰੀ ਦਾ ਥੋੜ੍ਹਾ ਥੋੜ੍ਹਾ ਪਤਾ ਲੱਗਣ ਲੱਗ ਪਿਆ ਹੈ, ਪਤਾ ਲੱਗਾ ਹੈ। ਪਰ ਉਹ ਬਿਮਾਰੀ ਉਹਨਾਂ ਕੋਲ ਛੁੱਟ ਨਹੀਂ ਰਹੀ ਹੈ, ਜਾਂ ਕੁਛ ਬਿਮਾਰੀ ਨੂੰ ਛੱਡਣੋਂ ਡਰਦੇ ਵੀ ਹਨ। ਲਗਾਵ ਹੋ ਗਿਆ ਨਾ ਬਿਮਾਰੀ ਨਾਲ, ਮੋਹ ਹੋ ਗਿਆ, ਜਿਵੇਂ ਕਹਿ ਲਈ ਬਿਮਾਰੀ ਨਾਲ ਵੀ ਮੋਹ ਹੋ ਜਾਂਦਾ ਹੈ। ਕਈਆਂ ਨੂੰ ਦੇਖਿਆ ਨਹੀਂ ਤੁਸੀਂ, ਬਿਮਾਰ ਹੀ ਰਹਿੰਦੇ ਹਨ ਕਈ ਲੋਕ, ਤਾਂ ਉਹਨਾਂ ਦਾ ਇਲਾਜ ਵੀ ਬਹੁਤ ਹੁੰਦਾ ਹੈ, ਉਹ ਠੀਕ ਨਹੀਂ ਹੁੰਦੇ। ਕਈਆਂ ਨੂੰ ਬਿਮਾਰੀ ਨਾਲ ਵੀ ਮੋਹ ਹੋ ਜਾਂਦਾ ਹੈ, ਸਰੀਰਕ ਬਿਮਾਰੀ ਨਾਲ ਵੀ ਹੋ ਜਾਂਦਾ, ਇੱਦਾਂ ਹੀ ਮਾਨਸਿਕ ਬਿਮਾਰੀ ਨਾਲ
ਮੋਹ ਹੋ ਗਿਆ ਤੇ ਛੁੱਟ ਨਹੀਂ ਰਹੀ। ਕਈ ਛੱਡਣੋਂ ਵੀ ਡਰਦੇ ਆ। ਤੇ ਇਸ ਬਿਮਾਰੀ ਦੀ ਗੱਲ ਦੇਖੋ, ਤੁਸੀਂ ਖਿਆਲ ਕਰੋ ਵੀ ਸਿੱਖ ਧਰਮ ਦੇ ਜਿਹੜੇ ਸਤਿਗੁਰੂ ਹਨ, ਜਿੰਨੇ ਵੀ ਹੋਏ ਹਨ, ਜਿੰਨਾ ਵੀ ਉਪਦੇਸ਼ ਹੈ, ਉਹ ਜ਼ਿਆਦਾਤਰ ਇਸੇ ਬਿਮਾਰੀ ਨੂੰ ਛੱਡਣ ਵਾਸਤੇ ਹੈ। ਕਿਉਂਕਿ ਮੂਲ ਭੂਤ ਦੇ ਵਿੱਚ ਇਹੋ ਹੀ ਬਿਮਾਰੀ ਹੈ। ਤੇ ਸਿੱਖ ਰੋਜ਼ ਪੜ੍ਹਦੇ ਵੀ ਹਨ। ਫਿਰ ਵੀ ਇਸ ਬਿਮਾਰੀ ਦਾ ਪਤਾ ਨਹੀਂ ਲੱਗਦਾ। ਤੇ ਅਗਰ ਇਸ ਬਿਮਾਰੀ ਦੀ ਕੋਈ ਮੇਰੇ ਵਰਗਾ ਗੱਲ ਵੀ ਕਰੇ, ਛੱਡਣ ਨੂੰ ਵੀ ਕਵੇ, ਤਾਂ ਉਹਦੇ 'ਤੇ ਨਾਰਾਜ਼ ਹੁੰਦੇ ਹਨ। ਕਮਾਲ ਦੀ ਗੱਲ ਨਹੀਂ ਵੀ ਜਿਹੜੀ ਬਿਮਾਰੀ ਨੂੰ ਛੱਡਣ ਵਾਸਤੇ ਬਾਬੇ ਨਾਨਕ ਨੇ ਕਿਹਾ ਹੈ, ਸਾਰੇ ਗੁਰੂਆਂ ਨੇ ਕਿਹਾ ਹੈ, ਪੀਰ ਪਕੰਬਰਾਂ ਨੇ ਕਿਹਾ ਹੈ, ਉਸੇ ਬਿਮਾਰੀ ਨੂੰ ਛੱਡਣ ਵਾਸਤੇ ਤਾਂ ਮੈਂ ਕਹਿ ਰਿਹਾ, ਪਰ ਲੋਕ ਨਾਰਾਜ਼ ਹੋ ਜਾਂਦੇ ਹਨ। ਕਿਉਂਕਿ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਨਾ, ਉਹ ਬਿਲਕੁਲ ਸਤਿਪੁਰਖਾਂ ਦੇ ਉਪਦੇਸ਼ ਤੋਂ ਉਲਟ ਚੱਲ ਰਿਹਾ ਹੈ। ਹਰ ਧਰਮ 'ਚ, ਸਿੱਖਾਂ 'ਚ ਵੀ ਦੇਖੋ, ਕਮਾਲ ਦੀ ਗੱਲ ਹੈ ਨਾ ਵੀ ਜਿਹਨੂੰ ਉਹ ਗੁਰੂ ਮੰਨਦੇ ਹਨ, ਗੁਰੂ ਗ੍ਰੰਥ ਸਾਹਿਬ ਜੀ, ਉਹਦੇ ਵਿੱਚ ਇਸੇ ਬਿਮਾਰੀ ਨੂੰ ਹੀ ਛੱਡਣ ਦਾ ਸਾਰਾ ਉਪਦੇਸ਼ ਹੈ। ਇਸ ਬਿਮਾਰੀ ਨੂੰ ਮਿਟਾਉਣ ਦੇ ਸਾਰੀਆਂ ਦਵਾਈਆਂ ਲਿਖੀਆਂ, ਪਰ ਉਹ ਵੀ ਨਾਰਾਜ਼ ਹੋ ਜਾਂਦੇ ਹਨ। ਕਿਹਾ ਜਾਵੇ ਵੀ ਇਹ ਬਿਮਾਰੀ ਛੱਡ ਦਿਓ, ਕਿਉਂਕਿ ਧਾਰਮਿਕ ਪ੍ਰਚਾਰਕ ਜਿਹੜੇ ਹਨ ਨਾ, ਉਹ ਇਸ ਬਿਮਾਰੀ ਦੀ ਗੱਲ ਨਹੀਂ ਕਰਦੇ ਹਨ, ਸਗੋਂ ਇਸ ਬਿਮਾਰੀ ਨੂੰ ਸਜਾਉਣ ਵਾਸਤੇ ਜ਼ਿਆਦਾ ਪ੍ਰਚਾਰ ਕਰਦੇ ਹਨ। ਇਸੇ ਕਾਰਨ ਹੀ ਉਹ ਇਤਿਹਾਸ ਦੀ ਗੱਲ ਕਰਦੇ ਹਨ। ਤੇ ਜਿਹੜਾ ਵੀ ਧਾਰਮਿਕ, ਜਿਹੜੀ ਵੀ ਧਰਮ ਦੇ ਵਿੱਚ ਹੈ, ਉਹ ਹੀ ਅਗਰ ਆਪਣੇ ਪੁਰਾਣੇ ਇਤਿਹਾਸ ਦੀ ਗੱਲ ਕਰ ਰਿਹਾ ਹੈ, ਤੇ ਸਮਝ ਲੈਣਾ ਚਾਹੀਦਾ ਹੈ ਵੀ ਉਹ ਇਹ ਬਿਮਾਰੀ ਨੂੰ ਹੋਰ ਸਵਾਰ ਰਿਹਾ ਹੈ, ਸ਼ਿੰਗਾਰ ਰਿਹਾ ਹੈ। ਤੇ ਬਿਮਾਰੀ ਅਗਰ ਬਿਲਕੁਲ ਸ਼ਿੰਗਾਰੀ ਜਾਵੇਗੀ ਉੱਪਰੋਂ ਐਨ, ਤਾਂ ਉਹਨੂੰ ਛੱਡਣ ਨੂੰ ਵੀ ਕਿਵੇਂ ਚਿੱਤ ਕਰੇਗਾ। ਜਿਵੇਂ ਕਿਹਾ ਹੈ ਨਾ, ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਖੰਡ ਨਾਲ ਲਬੇੜ ਕੇ ਜ਼ਹਿਰ ਰੂਪੀ ਗੰਦਲਾਂ ਆਦਮੀ ਆਰਾਮ ਨਾਲ ਖਾ ਲੈਂਦਾ। ਇੱਦਾਂ ਹੀ ਇਸ ਬਿਮਾਰੀ ਦੇ ਉੱਪਰ ਲੋਕ ਮਿਠਾਸ ਲਾਉਂਦੇ ਹਨ, ਤੇ ਲੋਕ ਆਰਾਮ ਦੇ ਨਾਲ ਖਾ ਰਹੇ ਹਨ। ਇਸ ਬਿਮਾਰੀ ਨੂੰ, ਜ਼ਹਿਰ ਨੂੰ ਵਧਾ ਰਹੇ। ਹੁਣ ਤੁਸੀਂ ਖਿਆਲ ਕਰੋ ਵੀ ਇਹ ਕਿਹੜੀ ਬਿਮਾਰੀ ਹੈ। ਅਗਰ ਤੁਹਾਨੂੰ ਖਿਆਲ ਵਿੱਚ ਆ ਜਾਵੇ ਕਿਸੇ ਨੂੰ, ਤੇ ਇਸ ਬਿਮਾਰੀ ਦਾ ਮੂਲ ਹੈ ਜੋ ਬਾਬੇ ਨਾਨਕ ਨੇ ਕਿਹਾ ਹੈ, ਹਉਮੈ ਦੀਰਘ ਰੋਗ ਹੈ। ਸਭ ਤੋਂ ਵੱਡਾ ਰੋਗ ਕੀ ਹੈ? ਹਉਮੈ। ਇਹੋ ਹੀ ਰੋਗ ਹੈ ਨਾ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਹੀ ਬੰਧਨ ਫਿਰ ਜੋਨੀ ਪਾਏ। ਕਹਿੰਦੇ ਹਉਮੈ ਕਰਕੇ ਹੀ ਆਦਮੀ ਕਰਮਾਂ ਦੇ ਵਿੱਚ ਪੈਂਦਾ ਹੈ, ਧੰਦਿਆਂ 'ਚ ਪੈਂਦਾ ਹੈ। ਹਉਮੈ ਦੀ ਜਾਤ ਹੀ ਇਹ ਵੀ ਉਹ ਕਰਮਾਂ ਦੇ ਵਿੱਚ ਲਾ ਦਿੰਦਾ। ਹਉਮੈ ਇਹ ਹੀ ਬੰਧਨ ਫਿਰ ਜੋਨੀ ਪਾਏ। ਉਹ ਕਰਮਾਂ ਕਰਕੇ ਬੰਧਨ ਹੁੰਦੇ ਹਨ ਤੇ ਆਦਮੀ ਜੋਨੀਆਂ ਦੇ ਵਿੱਚ ਭਟਕਦਾ ਹੈ। ਤੇ ਹਉਮੈ ਵੱਧਦੀ ਕਿਵੇਂ ਹੈ? ਮਮਤਾ ਤੋਂ। ਮੈਂ ਹਾਂ,
ਇਹਦਾ ਪਤਾ ਹੀ ਪਰ ਤੋਂ ਲੱਗਦਾ ਹੈ। ਖਿਆਲ ਵਿੱਚ ਰੱਖੋ, ਅਗਰ ਦੂਸਰਾ ਨਾ ਹੋਵੇ ਤੇ ਤੁਸੀਂ ਮੈਂ ਹਾਂ ਕਹੋਗੇ ਕਿਵੇਂ? ਤੇ ਜਿੰਨੇ ਤੁਹਾਡੇ ਆਪਣੇ ਹੋਣਗੇ ਦੂਸਰੇ, ਓਨੇ ਹੀ ਮੈਂ ਬੜੀ ਹੁੰਦੀ ਹੈ, ਹਉਮੈ ਬੜੀ ਹੁੰਦੀ। ਜਿੰਨੇ ਤੁਹਾਨੂੰ ਧਿਆਨ ਦੇਣ ਵਾਲੇ ਜ਼ਿਆਦਾ ਹੋਣ, ਓਨੇ ਹੀ ਮੈਂ ਵੱਧਦੀ ਹੈ। ਇਸ ਕਰਕੇ ਹਰ ਇੱਕ ਧਿਆਨ ਮੰਗਦਾ ਹੈ, ਅਤੇ ਆਪਣੇ ਆਪ ਵੱਲ ਧਿਆਨ ਵੀ ਇਸੇ ਕਰਕੇ ਦਿੰਦਾ ਹੈ ਵੀ ਉਹ ਧਿਆਨ ਦੇਣ ਜ਼ਿਆਦਾ ਤੋਂ ਜ਼ਿਆਦਾ। ਅਤੇ ਜਿੰਨੇ ਆਪਣੇ ਹੁੰਦੇ ਹਨ, ਓਨੇ ਹੀ ਮੈਂ ਵੱਧਦੀ, ਮਮਤਾ ਕਰਕੇ। ਇਹਦਾ ਇਹ ਭਾਵ ਹੋਇਆ ਵੀ ਮੂਲ ਜਿਹੜੀ ਬਿਮਾਰੀ ਹੈ ਵੱਧਦੀ ਹੈ ਮਮਤਾ ਕਰਕੇ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਇਹੋ ਹੀ ਮਮਤਾ ਹੀ ਮੋਹਣੀ ਹੈ। ਮਮ ਮੇਰੇ, ਮੇਰਾ, ਮੇਰੀ, ਮੇਰਾ ਉਹ, ਮੇਰੀ ਮੇਰੀ। ਧਾਰ ਬੰਧਨ ਬੰਧਿਆ, ਬੰਧਨ ਵਿੱਚ ਪੈ ਗਿਆ ਅਤੇ ਮੇਰੇ ਮੇਰੇ ਨੇ ਖਾ ਲਿਆ। ਅਤੇ ਮਮਤਾ ਨੂੰ ਦੇਖੋ ਛੱਡਣ ਵਾਸਤੇ ਕਿੰਨੀ ਵਾਰਾਂ ਨੇ ਸਤਿਗੁਰਾਂ ਨੇ ਕਿਹਾ ਹੈ। ਸਿੱਖ ਵੀ ਹੁਣ ਬਹੁਤ ਪਾਠ ਪੜ੍ਹਦੇ ਹਨ, ਸੁਣਦੇ ਵੀ ਹਨ। ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਪਾਠੀ ਪੜ੍ਹਦੇ ਹਨ, ਬੜੀ ਲਹਿ 'ਚ ਪੜ੍ਹਦੇ ਹਨ, ਅਤੇ ਲੱਗਦਾ ਹੈ ਲੋਕ ਬੜੀ ਗੌਰ ਨਾਲ ਸੁਣਦੇ ਹੋਣਗੇ, ਪਰ ਸੁਣਦਾ ਕੌਣ ਹੈ ਉੱਥੇ? ਦੇਖੋ ਵਾਰ-ਵਾਰ ਉੱਥੇ ਕਿਹਾ ਗਿਆ ਹੈ, ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ। ਜੋ ਪ੍ਰਾਣੀ ਮਮਤਾ ਤਜੈ ਕਰਤਾ ਰਾਮ ਪਹਿਚਾਨ। ਬਹੁਤ ਵਾਰਾਂ ਕਿਹਾ ਹੈ, ਪਰ ਲੋਕ ਸੁਣਦੇ ਹੋਏ ਵੀ ਸੁਣਦੇ ਨਹੀਂ। ਦੇਖੋ ਕਮਾਲ ਦੀ ਗੱਲ ਹੀ ਹੈ। ਅਤੇ ਜਦੋਂ ਕੋਈ ਮੇਰੇ ਵਰਗਾ ਕਹਿ ਦਿੰਦਾ ਹੈ ਵੀ ਇਹ ਮਮਤਾ ਦਾ ਤਿਆਗ ਕਰਨਾ ਹੈ, ਆਪਣਿਆਂ ਦਾ ਤਿਆਗ ਕਰਨਾ ਹੈ, ਜਿਹੜੇ ਆਪਣੇ ਹਨ ਉਹੀ ਹਨ। ਮਮਤਾ ਦਾ ਭਾਵ ਹੁੰਦਾ ਮਮ ਮੇਰੇ, ਅਤੇ ਜਿਹੜੇ ਆਪਣੇ ਹਨ ਉਹਨਾਂ ਦਾ ਤਿਆਗ ਕਰਨਾ, ਅਤੇ ਲੋਕ ਨਾਰਾਜ਼ ਹੋ ਜਾਂਦੇ ਹਨ। ਕਮਾਲ ਦੀ ਗੱਲ ਹੀ ਹੈ। ਸਿੱਖ ਵੀ ਨਾਰਾਜ਼ ਹੋ ਜਾਂਦੇ ਹਨ। ਸਿੱਖਾਂ 'ਚ ਮੋਹ ਮਮਤਾ ਜ਼ਿਆਦਾ ਹੋ ਗਈ ਹੈ। ਹੋਣਾ ਉਲਟਾ ਚਾਹੀਦਾ ਸੀ ਵੀ ਇੰਨਾ ਪਾਠ ਕਰਦੇ ਹਨ, ਇੰਨਾ ਉਪਦੇਸ਼ ਲਿਖਿਆ ਹੋਇਆ ਹੈ, ਸੰਸਾਰ ਕੂੜ ਹੈ, ਅਸੱਤ ਹੈ, ਅਤੇ ਜ਼ਿਆਦਾਤਰ ਸਿੱਖਾਂ ਦਾ ਮੋਹ ਘੱਟ ਹੋਣਾ ਚਾਹੀਦਾ ਸੰਸਾਰ ਨਾਲ, ਮਮਤਾ ਘੱਟ ਹੋਣੀ ਚਾਹੀਦੀ ਸੀ। ਪਰ ਸਿੱਖਾਂ ਦਾ ਮੋਹ ਵੀ ਜ਼ਿਆਦਾ ਹੈ, ਮਮਤਾ ਵੀ ਜ਼ਿਆਦਾ ਹੈ। ਇਸੇ ਕਾਰਨ ਤਾਂ ਮੈਂ ਕਹਿ ਰਿਹਾ ਉਪਦੇਸ਼ ਦਾ ਅਸਰ ਨਹੀਂ ਨਾ ਹੁੰਦਾ। ਜਿਹੜਾ ਸਾਹਮਣੇ ਬੈਠ ਕੇ ਸਮਝਾਉਣ ਵਾਲਾ ਹੈ, ਸਮਝਾ ਰਿਹਾ ਹੈ, ਉਹਦੀ ਗੱਲ ਨਹੀਂ ਲੋਕ ਸਮਝ ਪਾ ਰਹੇ ਹਨ, ਸਗੋਂ ਨਾਰਾਜ਼ ਹੋ ਜਾਂਦੇ ਹਨ। ਅਕਸਰ ਲੋਕ ਜ਼ਿਆਦਾਤਰ ਮੈਂ ਦੇਖਿਆ, ਮੇਰੇ ਕੋਲ ਕਈ ਮਿਲਣ ਵਾਸਤੇ ਆ ਜਾਂਦੇ ਹਨ, ਅਤੇ ਮੈਂ ਕਹਿ ਦਿੰਦਾ ਹਾਂ ਵੀ ਪਹਿਲਾਂ ਝੂਠ ਨਾਲੋਂ ਛੁਟਕਾਰਾ ਹੋਵੇਗਾ ਤਾਂ ਤੁਸੀਂ ਸੱਤ ਵੱਲ ਜਾਓਗੇ, ਅਤੇ ਮੋਹ ਮਮਤਾ ਦਾ ਤਿਆਗ ਕਰੋ। ਅਤੇ ਅਗਲੇ ਨਾਰਾਜ਼ ਹੋ ਜਾਂਦੇ ਵੀ ਤੁਸੀਂ ਕੀ ਕਹਿੰਦੇ ਹੋ, ਆਪਣਿਆਂ ਨੂੰ ਛੱਡ ਦੇਈਏ ਅਸੀਂ। ਸਾਧੂ ਮਹਾਤਮਾ ਤੇ ਆਪਣਿਆਂ ਨਾਲ ਜੋੜਦੇ ਹਨ, ਅਤੇ ਤੁਸੀਂ ਪਹਿਲੇ ਅਸੀਂ ਦੇਖਿਆ ਹੈ ਵੀ ਆਪਣਿਆਂ ਨਾਲੋਂ ਤੋੜਦੇ ਹੋ। ਜ਼ਿਆਦਾਤਰ ਲੋਕ ਇੱਦਾਂ ਸੋਚਦੇ ਹਨ ਵੀ ਮੈਂ ਤੋੜਦਾ ਹਾਂ, ਅਤੇ ਸਾਧੂ ਮਹਾਤਮਾ ਪ੍ਰਚਾਰਕ ਦੇ ਜੋੜ ਰਹੇ ਹਨ, ਉਹ ਤਾਂ ਰਿਸ਼ਤੇ ਕਰਾਉਂਦੇ ਹਨ, ਬੰਧਨਾਂ ਦੇ ਵਿੱਚ ਬੰਧ ਰਹੇ ਹਨ, ਆਪ ਵੀ ਬੰਧੇ ਹੋਏ ਹਨ ਸੰਸਾਰ ਦੇ ਵਿੱਚ, ਮੋਹ ਪਿਆਰ ਦੇ ਵਿੱਚ, ਅਤੇ ਦੂਜਿਆਂ ਨੂੰ ਵੀ ਬੰਧ ਰਹੇ ਹਨ। ਅਤੇ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਅਸੀਂ ਬੰਧਨ ਦੇ ਵਿੱਚ ਹਾਂ, ਜਿਵੇਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੈ ਸੁਣ ਕੇ, ਇੱਦਾਂ ਹੀ ਬਹੁਤੇ ਧਾਰਮਿਕ ਪ੍ਰਚਾਰਕਾਂ ਨੂੰ ਨਹੀਂ ਪਤਾ ਲੱਗ ਰਿਹਾ। ਹਾਂ, ਕੁਛ ਕੁ ਸਾਧੂ ਮਹਾਤਮਾ ਨੂੰ ਪਤਾ ਵੀ ਹੈ, ਪਰ ਉਹ ਨਾ ਆਪ ਕਰ ਪਾਉਂਦੇ ਹਨ ਮੋਹ ਮਮਤਾ ਦਾ ਤਿਆਗ, ਨਾ ਦੂਸਰਿਆਂ ਨੂੰ ਦੱਸਦੇ ਹਨ, ਨਾ ਹੀ ਆਪਣੇ ਜਿਹੜੇ ਸ਼ਾਗਿਰਦ ਹਨ, ਉਹਨਾਂ ਦੇ ਸ਼ਿਸ਼ ਹਨ, ਉਹਨਾਂ ਨੂੰ ਕਹਿੰਦੇ ਹਨ। ਦਰਅਸਲ
ਉਹ ਕਹਿੰਦੇ ਹਨ ਵੀ ਜਿਸ ਤਰ੍ਹਾਂ ਦਾ ਲੋਕ ਸੁਣਨਾ ਚਾਹੁੰਦੇ ਹਨ ਵੈਸਾ ਸੁਣਾਓ, ਲੋਕਾਂ ਨੂੰ ਨਾਰਾਜ਼ ਥੋੜ੍ਹੀ ਕਰਨਾ। ਮੈਂ ਅਕਸਰ ਦੇਖਿਆ ਹੈ ਪ੍ਰਚਾਰਕ ਹਨ ਜਿਹੜੇ ਉਹ ਧਿਆਨ ਰੱਖਦੇ ਹਨ ਵੀ ਲੋਕ ਕੀ ਸੁਣਨਾ ਚਾਹੁੰਦੇ ਆ, ਉਹਨਾਂ ਦੇ ਮੁਤਾਬਕ ਬੋਲਦੇ। ਐਸਾ ਉਪਦੇਸ਼ ਬਹੁਤ ਘੱਟ ਬੋਲਦੇ ਹਨ ਜਿਹੜਾ ਲੋਕਾਂ ਨੂੰ ਚੰਗਾ ਨਾ ਲੱਗੇ, ਚੁਣ ਚੁਣ ਕੇ ਬੋਲਦੇ ਆ। ਮੈਂ ਕਹਿੰਦੇ ਹੋਏ ਵੀ ਸੁਣਿਆ ਹੈ, ਸਾਧੂ ਮਹਾਤਮਾ ਦੇ ਨਾਲ ਮੈਂ ਵਿਚਰਿਆ ਹਾਂ ਬਹੁਤ, ਵੀ ਕੁਛ ਐਸਾ ਨਾ ਬੋਲ ਦਿਓ ਲੋਕ ਨਾਰਾਜ਼ ਹੋ ਜਾਣ। ਪ੍ਰਚਾਰਕਾਂ ਦਾ ਜੋ ਮੁੱਖ ਕੇਂਦਰ ਸੀ ਨਾ ਅੰਮ੍ਰਿਤਸਰ, ਜਿਹੜੇ ਜਿਨ੍ਹਾਂ ਕੋਲ ਬਹੁਤ ਪ੍ਰਚਾਰਕ ਬਣੇ ਹਨ, ਜਿਨ੍ਹਾਂ ਨੇ ਬਹੁਤ ਗਿਆਨੀ ਬਣਾਏ, ਵਿਦਵਾਨ ਬਣਾਏ, ਉਹਨਾਂ ਨੂੰ ਵੀ ਮੈਂ ਦੇਖਦਾ ਰਿਹਾ। ਉਹਨਾਂ ਦਾ ਵੀ ਹਾਲ ਇਹੋ ਹੀ ਸੀ। ਉਹ ਵੀ ਕਹਿੰਦੇ ਸਨ ਵੀ ਸਿੱਖ ਸੰਗਤ ਦਾ ਖਿਆਲ ਰੱਖਣਾ ਹੈ, ਵੈਸਾ ਬੋਲਣਾ ਹੈ। ਇਸੇ ਕਾਰਨ ਹੀ ਜ਼ਿਆਦਾਤਰ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਹੈ। ਇਤਿਹਾਸ ਨਾਲ ਮੋਹ ਮਮਤਾ ਵੱਧਦੀ ਹੈ। ਤੋ ਦੱਸਦੇ ਹਨ, ਦੇਖੋ ਗੁਰੂ ਸਾਹਿਬਾਨ ਵੀ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹੇ ਹਨ, ਉਹ ਵੀ ਗ੍ਰਸਤ 'ਚ ਰਹੇ ਹਨ, ਗ੍ਰਸਤ ਪ੍ਰਧਾਨ ਹੈ। ਉਹ ਸਭ ਇਤਿਹਾਸ 'ਚੋਂ ਆ ਰਿਹਾ। ਪਰ ਇਹਨਾਂ ਨੂੰ ਇਹ ਥੋੜ੍ਹੀ ਪਤਾ ਵੀ ਉਹ ਤੁਹਾਡੇ ਵਾਂਗੂ ਥੋੜ੍ਹੀ ਰਹਿੰਦੇ ਸਨ, ਉਹ ਨਿਰਲੇਪ ਸਨ। ਅਤੇ ਬਹੁਤ ਗੁਰੂਆਂ ਕੋਲ ਆਏ ਹਨ ਆਪਣਾ ਘਰ ਬਾਹਰ ਛੱਡ ਕੇ। ਬਾਬਾ ਲਹਿਣਾ ਜੀ, ਕਿੰਨੇ ਸਿੱਖ ਆਏ ਹਨ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਸਭ ਛੱਡ ਕੇ ਹੀ ਆਏ ਸਨ ਪਰਿਵਾਰ, ਘਰ ਗ੍ਰਸਤ। ਹੋਰ ਬਹੁਤ ਸਿੱਖ ਆਏ ਸਨ ਮੋਹ ਮਮਤਾ ਛੱਡ ਕੇ। ਅਤੇ ਆਪ ਵੀ ਜੋ ਗੁਰੂ ਸਾਹਿਬ ਸਨ ਉਹ ਮੋਹ ਮਮਤਾ 'ਚ ਥੋੜ੍ਹੀ ਫਸੇ ਹੋਏ ਸਨ। ਪਰ ਇਹ ਬਾਹਰੋਂ ਦੇਖਦੇ ਹਨ ਤਾਂ ਉੱਦਾਂ ਹੀ ਕਹਿੰਦੇ ਹਨ, ਅਤੇ ਲੋਕ ਸੋਚਦੇ ਹਨ ਵੀ ਵੈਸੇ ਹੀ ਰਹਿਣਾ ਹੈ। ਅਤੇ ਸਿੱਖ ਜ਼ਿਆਦਾਤਰ ਮੋਹ ਮਮਤਾ 'ਚ ਫਸ ਕੇ ਰਹਿ ਗਏ ਹਨ, ਸੰਸਾਰ 'ਚ ਫਸ ਕੇ ਸੰਸਾਰੀ ਹੋ ਗਏ ਹਨ।